ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਬਨ ਜਨਾ ਬਲ ਜਾਉ। ਕਹਾਂ ਬੈਸੋ ਕਹਾਂ ਰਹੀਐ ਬਾਲੇ, ਕਹਾਂ ਆਵੋ ਕਹਾਂ ਜਾਹੋ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਘਟ ਘਟ ਵੈਸ ਨਿਰੰਤਰ ਰਹੀਐ, ਚਾਲੈ ਸਤਿਗੁਰ ਪਾਏ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਦੁਨੀਆ ਸਾਗਰ ਦੁਤਰ ਕਹੀਐ, ਕਿਉ ਕਰ ਪਾਈਐ ਪਾਰੂ। ਚਰਪਟ ਬੋਲੇ ਔਧੂ ਨਾਨਕ, ਦੇਹ ਸੱਚਾ ਵਿਚਾਰੋ। ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਸਾਚ ਕਹੂੰ ਤੁਮ ਪਾਰ ਗਰਾਮੀ, ਤੁਝ ਕਿਆ ਬੈਸਣ ਦੀਜੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਰਹੇ ਇਕਾਂਤ ਇੱਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸੋ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਲਗਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਦੇ ਨਾਲ ਜੁੜੇ ਹੋਏ ਹਾਂ। ਆਓ ਅੱਜ ਅਗਲੀਆਂ ਆਪਾਂ ਪੌੜੀਆਂ ਦੀ ਵਿਚਾਰ ਆਰੰਭ ਕਰਨੀ ਹੈ। ਜਿੱਥੇ ਪਹਿਲੀਆਂ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਸੁਣ ਚੁੱਕੇ ਹੋ, ਸੋ ਅਗਲੀਆਂ ਪੌੜੀਆਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ਟ ਬਾਣੀ ਦੇ ਅੰਦਰ
ਗੁਰੂ ਨਾਨਕ ਪਾਤਸ਼ਾਹ ਜੀ ਦੇ ਤੇ ਸਿੱਧਾਂ ਦੇ ਸਵਾਲ ਜਵਾਬ ਹਨ। ਇਹ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਸੋ ਜਿੱਥੇ ਪਹਿਲਾਂ ਸਵਾਲਾਂ ਉੱਤੇ ਗੱਲ ਹੋ ਚੁੱਕੀ ਹੈ, ਸੋ ਅਗਲੇ ਸਵਾਲ ਨੇ ਚਰਪਟ ਜੋਗੀ ਹੈ ਜਿਹੜਾ ਉਹ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੈ, ਕਬਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਸੁਆਓ ਦਾ ਅਰਥ ਹੈ ਮਨੋਰਥ, ਮਾਰਗ ਦਾ ਅਰਥ ਹੈ ਰਸਤਾ, ਪੰਥ ਤੇ ਮਤ। ਚਰਪਟ ਜੋਗੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਕੀ ਨਾਮ ਹੈ, ਕੌਣ ਮਾਰਗ, ਤੁਹਾਡਾ ਕੀ ਮਤ ਹੈ, ਕੌਣ ਸੁਆਓ, ਉਸ ਮਤ ਦਾ ਕੀ ਮਨੋਰਥ ਹੈ। ਕਿਉਂਕਿ ਜੋ ਵੀ ਮਨੁੱਖ ਧਰਮੀ ਪਹਿਰਾਵੇ ਦੇ ਵਿੱਚ ਵੇਖਿਆ ਜਾਂਦਾ ਹੈ, ਉਸ ਦੇ ਪਿੱਛੇ ਉਸ ਦਾ ਮਤ, ਮਨੋਰਥ, ਮਕਸਦ ਹੈ ਜਿਹੜਾ ਉਹ ਪਤਾ ਹੋਣਾ ਜ਼ਰੂਰੀ ਹੈ, ਤੇ ਦੂਸਰੇ ਨੂੰ ਸਮਝਣ ਦੇ ਲਈ ਉਸ ਬਾਰੇ ਜਾਣਨਾ ਵੀ ਜ਼ਰੂਰੀ ਹੈ। ਅਗਲੀ ਬੇਨਤੀ ਕੀਤੀ, ਕਹਿੰਦੇ ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਉ। ਸਿੱਧ ਕਹਿਣ ਲੱਗੇ ਕਿ ਸਾਡੀ ਇਹ ਬੇਨਤੀ ਹੈ ਕਿ ਸਾਨੂੰ ਤੁਸੀਂ ਕਿਰਪਾ ਕਰਕੇ ਸੱਚੋ ਸੱਚ ਬਿਆਨ ਕਰਿਓ ਜੋ ਸੱਚ ਹੈ। ਅਸੀਂ ਲੋਕ ਸੱਚ ਬੋਲਣ ਵਾਲੇ ਨੇਕ ਪੁਰਸ਼ਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ। ਤੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਬਾਖੂਬੀ ਪਿਆਰ ਦਲੀਲ ਦੇ ਨਾਲ ਦਿੱਤੇ। ਅਗਲਾ ਸਵਾਲ ਸੀ, ਕਹਿੰਦੇ ਕਹਾਂ ਬੈਸੋ ਕਹਾਂ ਰਹੀਏ ਬਾਲੇ, ਕਹਾਂ ਆਵੋ ਕਹਾਂ ਜਾਹੋ। ਸਵਾਲ ਸੀ ਚਰਪਟ ਦਾ। ਕਹਿੰਦੇ ਇਹ ਬਾਲਕ, ਬਾਲੇ ਦਾ ਅਰਥ ਹੈ ਬਾਲਕ। ਚੇਤਾ ਰੱਖਿਓ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਸਨ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੀਜੇ ਦਾ ਜ਼ਿਕਰ ਜਿਹੜਾ ਬਾਲਾ ਆਮ ਕਰਕੇ ਨਾਲ ਆਉਂਦਾ, ਬਾਲਾ ਨਾਮ ਦਾ ਵਿਅਕਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕੋਈ ਹੈ ਹੀ ਨਹੀਂ ਸੀ। ਸੋ ਇੱਥੇ ਜਿਹੜਾ ਬਾਲਾ ਸ਼ਬਦ ਵਰਤਿਆ ਗਿਆ, ਬਾਲੇ, ਕਹਾਂ ਬੈਸੋ ਕਹਾਂ ਰਹੀਏ ਬਾਲੇ, ਬਾਲੇ ਦਾ ਅਰਥ ਹੈ ਬਾਲਕ। ਕਿਉਂਕਿ ਸਿੱਧ ਬਹੁਤ ਵੱਡੀਆਂ ਵੱਡੀਆਂ ਉਮਰਾਂ ਦੇ ਸਨ, ਬਜ਼ੁਰਗ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਛੋਟੀ ਸੀ, ਇਸ ਕਰਕੇ ਆਪਣੇ ਤੋਂ ਛੋਟੇ ਨੂੰ ਬੱਚਾ, ਬਾਲਾ ਜਾਂ ਬਾਲਕ ਕਹਿ ਕੇ ਬੁਲਾਉਣਾ ਜੋਗੀਆਂ ਦੇ ਸੁਭਾਅ ਦੇ ਵਿੱਚ ਹੈ। ਸਵਾਲ ਕੀਤਾ, ਕਹਿੰਦੇ ਤੇਰਾ ਟਿਕਾਣਾ ਕਿੱਥੇ ਹੈ, ਤੁਸੀਂ ਕਿਸ ਦੇ ਆਸਰੇ ਸ਼ਾਂਤ ਚਿੱਤ ਰਹਿੰਦੇ ਹੋ। ਟਿਕਾਣੇ ਦਾ ਅਰਥ ਹੈ ਸ਼ਾਂਤ ਚਿੱਤ ਬੈਠਣਾ। ਬੈਸੋ ਕਹ ਰਹੀਏ ਬਾਲੇ, ਕਿੱਥੇ ਰਹਿੰਦੇ ਹੋ, ਭਾਵ ਕਿ ਕਿੱਥੇ ਤੁਸੀਂ ਵੱਸਦੇ ਹੋ ਤੇ ਕਿੱਥੋਂ ਤੁਸੀਂ ਆਉਂਦੇ ਹੋ ਤੇ ਕਿੱਥੇ ਜਾਂਦੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸਵਾਲ ਸੀ ਜਿਹੜੇ ਇਹ ਜੋਗੀ ਚਰਪਟ ਨਾਥ ਦੇ ਦੁਆਰਾ ਪੁੱਛੇ ਗਏ। ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਕਹਿੰਦੇ ਨਾਨਕ ਬੋਲੇ, ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਕਿ ਜੋਗੀ ਨੇ ਪੁੱਛਿਆ ਕਿ ਬੈਰਾਗੀ ਦਾ ਅਰਥ ਹੈ ਹੇ ਬੈਰਾਗੀ, ਹੇ ਵੈਰਾਗਬਾਨ, ਹੇ ਸੰਤ ਜੀ, ਤੁਹਾਡਾ ਕੀ ਮਤ ਹੈ, ਤੁਹਾਡਾ ਉਸ ਮਤ ਦਾ ਮਨੋਰਥ ਕੀ ਹੈ, ਕਿਰਪਾ ਕਰਕੇ ਇਸ ਦੇ ਬਾਰੇ ਦੱਸੋ। ਦੇਖੋ, ਸਵਾਲ ਪੁੱਛਣ ਦੇ ਵਿੱਚ ਵੀ ਇੱਥੇ ਨਿਮਰਤਾ ਤੇ ਜਵਾਬ ਦੇਣ ਦੇ ਵਿੱਚ ਵੀ ਨਿਮਰਤਾ ਹੈ। ਸਾਡੇ ਬਹੁਤ ਸਾਰੇ ਪਿਆਰੇ ਵੀਰ ਨੇ, ਗੁਰਸਿੱਖ ਪ੍ਰਚਾਰਕ ਵੀ ਨੇ, ਰਾਗੀ ਢਾਡੀ ਕਥਾ ਕੀਰਤਨ ਕਰਨ ਵਾਲੇ ਵੀ ਨੇ, ਵਿਦਵਾਨ ਵੀ ਨੇ, ਲੈਕਚਰਾਰ ਵੀ ਨੇ, ਲੇਖਕ ਵੀ ਨੇ,
ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਨਾ, ਕਈ ਵਾਰ ਉਹ ਬਹੁਤ ਲੋਹੇ ਲਾਖੇ ਹੋ ਜਾਂਦੇ ਨੇ, ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੇ ਨੇ ਵੀ ਹਾਂ ਤੂੰ ਸਾਨੂੰ ਇਹ ਸਵਾਲ ਪੁੱਛਣ ਵਾਲਾ ਕੌਣ। ਜਾਂ ਕਰਕੇ ਕਈਆਂ ਸੰਸਥਾਵਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੂੰ ਤਾਂ ਫਲਾਨਾ ਹੈ, ਤੈਨੂੰ ਜਵਾਬ ਅਸੀਂ ਕਿਉਂ ਦੇਈਏ। ਨਹੀਂ, ਜੇਕਰ ਅੱਜ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਤੇ ਠੰਡੇ ਸੁਭਾਅ ਦੇ ਵਿੱਚ ਰਹਿ ਕੇ ਸਵਾਲ ਪੁੱਛੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਬੜੇ ਪਿਆਰ ਠੰਡੇ ਸੁਭਾਅ ਦੇ ਨਾਲ ਬਾਦਲੀਲ ਜਵਾਬ ਦਿੱਤੇ। ਕਿਉਂਕਿ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਗੁਰੂ ਦਾ ਸੁਭਾਅ ਕਿਹੋ ਜਿਹਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੌਰਾ। ਉਹ ਮਿੱਠ ਬੋਲੜਾ ਹੈ, ਸੱਚਾ ਪਾਤਸ਼ਾਹ ਮਿੱਠ ਬੋਲੜੇ ਸੁਭਾਅ ਦਾ ਹੈ। ਗੁਰਬਾਣੀ ਦੇ ਵਿੱਚ ਗੁਣ ਵੀ ਦੱਸੇ ਨੇ ਕਿ ਇੱਕ ਸਿੱਖ ਨੂੰ ਮਾਲਕ ਪਰਮਾਤਮਾ ਨੂੰ ਪਾਉਣ ਦੇ ਲਈ ਕਿਹੜੇ ਕਿਹੜੇ ਗੁਣ ਅਪਣਾਉਣੇ ਚਾਹੀਦੇ। ਉੱਥੇ ਇਹੀ ਗੱਲ ਦੱਸੀ, ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰੀ ਤਾਂ ਵਸ ਆਵੀ ਕੰਤ। ਕਹਿੰਦੇ ਇਹ ਤਿੰਨ ਪਹਿਰਾਵੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਨਣਗੇ। ਨਿਵਣ ਸੋ ਅੱਖਰ, ਨਿਵਣਾ ਝੁਕ ਜਾਣਾ, ਖਵਣ ਗੁਣ ਖਪ ਜਾਣਾ, ਤੇ ਜਿਹਬਾ ਮਣੀਆਂ ਮੰਤ, ਜਿਹਬਾ ਜ਼ੁਬਾਨ ਤੋਂ ਹਮੇਸ਼ਾ ਮਿੱਠਾ ਬੋਲਣਾ। ਇਹੀ ਹੈ ਮਿੱਠ ਬੋਲੜਾ ਜੀ, ਮਾਲਕ ਦਾ ਸੁਭਾਅ ਹੈ। ਹੁਣ ਇਹਨਾਂ ਕੀਤੇ ਹੋਏ ਸਵਾਲਾਂ ਦਾ ਜਿਹੜਾ ਜਵਾਬ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਰਜ ਕਰਦੇ ਨੇ। ਕਹਿੰਦੇ ਘਟ ਘਟ ਵੈਸ ਨਿਰੰਤਰ ਰਹੀਐ, ਚਾਲੇ ਸਤਿਗੁਰ ਪਾਏ। ਕਹਿੰਦੇ ਇਹ ਚਰਪਟ ਜੋਗੀ ਸਰਵ ਵਿਆਪਕ ਪਰਮਾਤਮਾ ਦੇ ਵਿੱਚ ਅਸੀਂ ਜੁੜ ਕੇ ਹਮੇਸ਼ਾ ਸ਼ਾਂਤ ਚਿੱਤ ਰਹਿੰਦੇ ਹਾਂ। ਕਿਉਂਕਿ ਬਾਣੀ ਦਾ ਮੁਬਾਰਕ ਬਚਨ ਹੈ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਇਤਿਹਾਸਕ ਬਚਨ ਵੀ ਆਉਂਦੇ ਨੇ, ਹਮ ਸ਼ਾਂਤ ਹੈ ਹਰ ਨਾਮ ਕੇ। ਹਰੀ ਨਾਮ ਪਰਮਾਤਮਾ ਦੇ ਨਾਮ ਦੇ ਨਾਲ ਅੰਦਰ ਸ਼ਾਂਤੀ ਵਸ ਜਾਂਦੀ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਮਿਲ ਜਾਂਦਾ ਹੈ ਉਦੋਂ ਅੰਦਰ ਆਨੰਦ ਆ ਜਾਂਦਾ ਹੈ, ਖੇੜਾ ਆ ਜਾਂਦਾ ਹੈ, ਖੁਸ਼ਹਾਲੀ ਆ ਜਾਂਦੀ ਹੈ, ਸ਼ਾਂਤ ਚਿੱਤ ਰਹੀਦਾ ਹੈ। ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦੇ ਹਾਂ। ਜਿਵੇਂ ਉਹਨੂੰ ਭਾਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਮਾਲਕ ਜੀ ਭਾਉਂਦਾ ਹੈ ਉਹੀ ਸਾਡੇ ਲਈ ਭਲੀ ਕਾਰ ਹੈ। ਭਾਵ ਕਿ ਸਾਡੇ ਲਈ ਉਹੀ ਸਹੀ ਰਾਹ ਹੈ, ਸਹੀ ਰਸਤਾ ਹੈ। ਪਾਵਨ ਬਾਣੀ ਦੇ ਵਿੱਚ ਬਚਨ ਬਹੁਤ ਥਾਵਾਂ ਦੇ ਉੱਤੇ ਆਪਾਂ ਪੜ੍ਹਦੇ ਹਾਂ ਵੀ ਸਤਿਗੁਰੂ ਦੇ ਨਾਲ ਜਿਹੜਾ ਪਿਆਰ ਹੈ ਉਹ ਕਿਵੇਂ ਮਿਲਦਾ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਕਹਿੰਦੇ ਹੇ ਸਤਿਗੁਰੂ, ਹੇ ਸਤਿਪੁਰਖ ਜੀਓ, ਮੇਰੀ ਇੱਕੋ ਅਰਦਾਸ ਹੈ ਕਿ ਅਸੀਂ ਕੀੜੇ ਕਿਰਮ ਹਾਂ। ਅਸੀਂ ਬਹੁਤ ਵੱਡੇ ਮੂਰਖ ਪਾਪੀ ਹਤਿਆਰੇ ਕਿਰਮ ਹਾਂ। ਤੂੰ ਕਿਰਪਾ ਕਰ, ਸਤਿਗੁਰ ਸ਼ਰਨਾਈ, ਸਤਿਗੁਰੂ ਦੀ ਸ਼ਰਨ ਵਿੱਚ ਆਏ ਹਾਂ। ਕਰ ਦਇਆ ਨਾਮ ਪ੍ਰਗਾਸ, ਤੁਸੀਂ ਕਿਰਪਾ ਕਰਕੇ ਨਾਮ ਦਾ ਚਾਨਣ ਸਾਡੇ ਅੰਦਰ ਪ੍ਰਗਟ ਕਰ ਦੇ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਜਦੋਂ ਮਨ ਦੇ ਵਿੱਚ ਸੱਚੀ ਬਾਣੀ ਦਾ ਚਾਨਣ ਹੋ ਜਾਂਦਾ ਤੇ ਸੱਚ ਜਾਣਿਓ, ਉਦੋਂ ਸਾਡੇ ਕਰਮ ਵੀ ਚਾਨਣ ਵਾਲੇ ਬਣ ਜਾਂਦੇ ਨੇ, ਸਾਡਾ ਜੀਵਨ ਵੀ ਸੁਨਹਿਰਾ ਹੋ ਜਾਂਦਾ ਹੈ। ਜਦੋਂ ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ। ਥੋੜ੍ਹਾ ਜਿਹਾ ਗਿਆਨ ਮਨ ਦੇ ਵਿੱਚ ਵਸਾ ਲੈਣ ਦੇ ਨਾਲ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ।
ਤੇ ਜਦੋਂ ਗਿਆਨ ਪ੍ਰਗਟ ਹੋ ਜਾਂਦਾ ਹੈ ਉਦੋਂ ਸੁਰਤ ਦੀ ਜਿਹੜੀ ਅੱਖ ਹੈ ਉਹ ਖੁੱਲ ਜਾਂਦੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਕਹੋ ਨਾਨਕ ਮਨ ਪ੍ਰਕਾਸ਼। ਫਿਰ ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਜੁੜ ਕੇ ਅਰਜ਼ੋਈ ਕਰਾਂਗੇ, ਅਰਦਾਸ ਕਰਾਂਗੇ ਕਿ ਹੇ ਸਤਿਗੁਰਾ ਤੂੰ ਰਹਿਮਤ ਕਰ, ਕਿਰਪਾ ਕਰ, ਹਮ ਆਦਮੀ ਹਾਂ ਇੱਕਦਮੀ, ਅਸੀਂ ਇੱਕਦਮ ਦੇ ਆਦਮੀ ਹਾਂ। ਤੇ ਹੇ ਸਤਿਗੁਰੂ ਦਾਤਾ ਜੀ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਸਾਡੇ ਅੰਦਰ ਇਹ ਭਾਵਨਾ ਆ ਗਈ ਨਾ, ਸਮਰਪਣ ਭਾਵਨਾ, ਵੀ ਸਤਿਗੁਰੂ ਜੋ ਕੁਝ ਹੈ ਉਹ ਤੇਰਾ ਹੀ ਤੇਰਾ ਹੈ, ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ, ਤਾਂ ਸੱਚ ਜਾਣਿਓ ਸਾਡੇ ਅੰਦਰ ਸਤਿਗੁਰੂ ਦਾ ਪਿਆਰ ਜਾਗ ਪਵੇਗਾ। ਅਕਾਲ ਪੁਰਖ ਪਰਮਾਤਮਾ ਦੀ ਯਾਦ ਸਾਡੇ ਅੰਦਰ ਵਸ ਜਾਵੇਗੀ। ਭਰਮੇ ਭਾਹ ਨ ਵਿਝਵੈ, ਜੇ ਹੋਵੇ ਦਸੰਤਰ ਦੇਸ, ਜੇ ਭਵੈ ਦਸੰਤਰ ਦੇਸ। ਕਹਿੰਦੇ ਭਰਮਾਂ ਦੀ ਜਿਹੜੀ ਅੱਗ ਹੈ, ਭਾਹ ਦਾ ਅਰਥ ਹੈ ਅੱਗ, ਭੱਬੇ ਕਰਨਾ ਹਾਹੇ ਸਿਹਾਰੀ, ਇਹਨੂੰ ਭਾਹੇ ਨਹੀਂ ਪੜ੍ਹਨਾ, ਭਾਹ। ਇਹ ਇਸਤਰੀ ਲਿੰਗ ਕਰਕੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ। ਭਰਮੇ ਭਾਹ ਨ ਵਿਝਵੈ, ਭਰਮ ਦੀ ਅੱਗ ਕਹਿੰਦੇ ਬੁਝਦੀ ਨਹੀਂ, ਜੇ ਭਵੇ ਦਸੰਤਰ ਦੇਸ, ਜੇਕਰ ਤੂੰ ਦੇਸਾਂ ਦਸੰਤਰਾਂ ਦੇ ਵਿੱਚ ਭਾਉਂਦਾ ਫਿਰ ਇਹ ਭਰਮ ਦੀ ਅੱਗ ਬੁਝ ਨਹੀਂ ਸਕਦੀ। ਜੰਗਲਾਂ ਬੇਲਿਆਂ ਦੇ ਦਸੰਤਰਾਂ, ਤੀਰਥਾਂ ਦੇ ਉੱਤੇ, ਧਾਰਮਿਕ ਸਥਾਨਾਂ ਦੇ ਉੱਤੇ ਤੂੰ ਭਾਉਂਦਾ ਫਿਰ, ਚੱਕਰ ਕੱਢਦਾ ਫਿਰ ਵੀ ਸ਼ਾਇਦ ਮੇਰੇ ਅੰਦਰੋਂ ਜਿਹੜੀ ਇਹ ਭਰਮ ਭੁਲੇਖੇ ਦੀ ਅੱਗ ਹੈ ਇਹ ਬੁਝ ਜਾਵੇ। ਕਹਿੰਦੇ ਨਹੀਂ ਬੁਝੇਗੀ, ਬੇਸ਼ੱਕ ਦੇਸ ਦਸੰਤਰ ਭਵਿਆ, ਭਾਉਂਦਾ ਫਿਰ। ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ਼। ਅੰਦਰ ਦੀ ਮੈਲ ਜਿਹੜੀ ਆ ਤੇਰੇ ਮਨ ਦੇ ਵਿੱਚ ਵਸੀ ਹੋਈ, ਉਹ ਤੀਰਥਾਂ ਤੇ ਜਾਣ ਦੇ ਨਾਲ ਬੁਝਦੀ ਨਹੀਂ। ਇਸ ਕਰਕੇ ਮੈਲ ਤੇਰੇ ਮਨ ਅੰਦਰ ਹੈ, ਤੇਰਾ ਜੀਵਨ ਧਿਰਕਾਰਯੋਗ ਹੈ, ਤੇਰਾ ਵੇਸ਼, ਤੇਰਾ ਪਹਿਰਾਵਾ ਧਰਮ ਦੇ ਨਾਂ ਤੇ, ਧਰਮ ਦੀ ਆੜ ਦੇ ਵਿੱਚ ਤੂੰ ਰਹਿਣ ਵਾਲਿਆ। ਜੇਕਰ ਤੇਰੇ ਮਨ ਦੇ ਵਿੱਚ ਮੈਲ ਹੈ ਤਾਂ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਕੋਈ ਬਹੁਤਾ ਲਾਭਦਾਇਕ ਨਹੀਂ, ਤੇਰਾ ਜੀਵਨ ਧਿਰਕਾਰਯੋਗ ਹੈ। ਪਾਵਨ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਕਹਿੰਦੇ ਜੇਕਰ ਸਰੀਰ ਪਿੰਡੇ ਦੇ ਉੱਤੇ ਮਿੱਟੀ ਘੱਟਾ ਲੱਗ ਜਾਵੇ ਤਾਂ ਉਹਨੂੰ ਪਾਣੀ ਦੇ ਨਾਲ ਧੋ ਲਈਦਾ ਹੈ। ਪਰ ਚੇਤਾ ਰੱਖਿਓ, ਪਾਣੀ ਚਿੱਤ ਨਾਲ ਧੋਵੇ, ਚਿੱਤ ਮਨ ਪਾਣੀ ਦੇ ਨਾਲ ਧੋਤਾ ਨਹੀਂ ਜਾਂਦਾ, ਪਿੰਡਾ ਧੋਤਾ ਜਾਂਦਾ। ਸਰੀਰ ਦੇ ਉੱਤੇ ਮਿੱਟੀ ਲੱਗ ਗਈ, ਗੁਰੂ ਸਾਹਿਬ ਕਹਿੰਦੇ ਤੂੰ ਉਹਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਸਕਦਾ ਹੈ। ਜੇਕਰ ਇਦੋਂ ਵੀ ਜ਼ਿਆਦਾ ਕਿ ਮੂਤ ਪਲੀਤੀ ਕੱਪੜ ਹੋਏ, ਜੇਕਰ ਤੇਰੇ ਕੱਪੜਿਆਂ ਦੇ ਉੱਤੇ ਗੰਦਗੀ ਮਲ ਮੂਤਰ ਲੱਗ ਜਾਵੇ ਤਾਂ ਕਹਿੰਦੇ ਫਿਰ ਇਕੱਲੇ ਪਾਣੀ ਨਾਲ ਨਹੀਂ ਸਾਫ਼ ਹੋਣੀ, ਫਿਰ ਦੇ ਸਾਬੂਨ ਲਈਏ ਉਹ ਧੋਏ, ਫਿਰ ਉਹਦੇ ਉੱਤੇ ਸਾਬਣ ਲਾਉਣੀ ਪਵੇ, ਉਹਨੂੰ ਮਸਲਣਾ ਪਵੇਗਾ, ਕੁੱਟਣਾ ਪਵੇਗਾ, ਪਿੱਟਣਾ ਪਵੇਗਾ, ਤਾਂ ਕਰਕੇ ਉਹਦੇ ਵਿੱਚੋਂ ਮੈਲ ਬਾਹਰ ਨਿਕਲੇ। ਇਕੱਲਾ ਪਾਣੀ ਹੋਵੇ ਤਾਂ ਵੀ ਕੰਮ ਨਹੀਂ ਬਣਨਾ, ਇਕੱਲੀ ਸਾਬਣ ਹੋਵੇ ਪਾਣੀ ਨਾ ਹੋਵੇ ਫਿਰ ਵੀ ਮੈਲ ਨਹੀਂ ਦੂਰ ਹੋਣੀ। ਪਾਣੀ ਤੇ ਸਾਬਣ ਦੋਨੇ ਨਾਲ ਹੋਣੇ ਚਾਹੀਦੇ ਨੇ, ਫਿਰ ਮੈਲ ਦੂਰ ਹੋਵੇਗੀ। ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਵੇਂ ਮਿੱਟੀ ਸਰੀਰ ਉੱਤੇ ਲੱਗ ਜਾਂਦੀ ਹੈ, ਕੱਪੜੇ ਉੱਤੇ ਮਲ ਮੂਤਰ ਲੱਗ ਜਾਂਦਾ ਹੈ, ਇਸੇ ਤਰ੍ਹਾਂ ਹੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ। ਸਾਡੀ ਜਿਹੜੀ ਮਤ ਹੈ, ਸੋਚ ਹੈ, ਦਿਮਾਗ ਹੈ, ਵਿਚਾਰਾਂ ਨੇ, ਉਹਦੇ ਵਿੱਚ ਕਹਿੰਦੇ ਪਾਪ ਭਰ ਜਾਂਦਾ। ਪਾਪ ਕਰੇ ਪੰਚਾਂ ਕੇ ਵਸ ਰੇ, ਪੰਜਾਂ ਦੇ ਵਸ ਵਿੱਚ ਹੋ ਕੇ, ਕਿਹੜੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦੇ ਵਸ ਵਿੱਚ ਹੋ ਕੇ ਤੂੰ ਪਾਪ ਕਰਦਾ ਹੈ। ਚੇਤਾ ਰੱਖੀ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਤੇਰਾ ਬੇਲੀ ਨਹੀਂ, ਸਾਥੀ ਨਹੀਂ, ਜਿੰਨਾ ਚਿਰ ਤੂੰ ਪਾਪ ਕਮਾਉਣਾ। ਸੋ ਇਸ ਕਰਕੇ ਪਾਣੀ ਦੇ ਨਾਲ ਧੋਣ ਦੇ, ਸਰੀਰ ਨੂੰ ਇਸ਼ਨਾਨ ਕਰਾਉਣ ਦੇ ਨਾਲ ਮਨ ਦੀ ਮੈਲ ਨਹੀਂ ਦੂਰ ਹੁੰਦੀ, ਤਨ ਸਾਫ਼ ਹੋ ਸਕਦਾ ਹੈ, ਕੋਈ ਸ਼ੱਕ ਨਹੀਂ। ਪਹਿਲਾਂ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਸਰੀਰ ਨੂੰ ਪਾਣੀ ਦੇ ਨਾਲ ਧੋਣ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ,
ਮਨ ਦੀ ਪਵਿੱਤਰਤਾ ਕਿਵੇਂ ਹੁੰਦੀ ਹੈ? ਸਤਿਗੁਰੂ ਇਹ ਪਾਤਸ਼ਾਹ ਜੀ ਆਪ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੁੱਪ ਹੈ ਨਾਵੇਂ ਕੇ ਰੰਗ। ਕਹਿੰਦੇ ਜੇਕਰ ਮਨ ਪਾਪਾਂ ਦੇ ਨਾਲ ਭਰ ਜਾਵੇ, ਸਾਡੀ ਭੈੜੀ ਬੁੱਧੀ ਨਾਲ, ਮਲੀਨਤਾ ਦੇ ਨਾਲ ਭਰ ਜਾਵੇ, ਵਿਕਾਰਾਂ ਦੇ ਨਾਲ ਭਰ ਜਾਵੇ, ਤਾਂ ਕਹਿੰਦੇ ਉਹਨੂੰ ਧੋਣ ਦਾ ਇੱਕੋ ਇੱਕ ਜ਼ਰੀਆ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ ਦਾ ਨਾਮ। ਕਹਿੰਦੇ ਵੱਡਾ ਸਾਹਿਬ ਉੱਚਾ ਥਾਂ, ਵੱਡਾ ਸਾਹਿਬ ਹੈ, ਕੋਈ ਸ਼ੱਕ ਨਹੀਂ, ਮਾਲਕ ਪਰਮਾਤਮਾ ਵੱਡਾ ਹੈ, ਉਹ ਅਗੰਮ ਅਗੋਚਰ ਹੈ, ਉਹ ਅਗਾਧ ਬੋਧ ਹੈ, ਉਹ ਐਸਾ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ, ਪਾਰ ਹੈ, ਅਪਾਰ। ਤੂੰ ਬੇਅੰਤ ਕੋ ਵਿਰਲਾ ਜਾਣੇ, ਉਹ ਮਾਲਕ ਬੇਅੰਤ ਹੈ ਜਿਸ ਨੂੰ ਜਾਣ ਹੀ ਕੋਈ ਨਹੀਂ ਸਕਦਾ। ਵਿਰਲਾ ਇੰਨਾ ਕੋ ਜਾਣ ਸਕਦਾ ਵੀ ਉਹ ਮਾਲਕ ਸਰਬ ਕਲਾ ਭਰਪੂਰ ਹੈ, ਉਹ ਸਰਬ ਕਲਾ ਭਰਪੂਰ ਦਿਸੈ ਜਤ ਕਥਾ। ਉਹ ਮਾਲਕ ਪਰਮਾਤਮਾ ਸਰਬ ਕਲਾ ਦੇ ਵਿੱਚ ਨਿਪੁੰਨ ਹੈ, ਭਰਪੂਰ ਹੈ। ਤੇ ਗੁਰੂ ਪਾਤਸ਼ਾਹ ਜੀ ਇਹੀ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ। ਕਹਿੰਦੇ ਜਿਹੜਾ ਹਾਈ ਉਹ ਅਗਾਧ ਬੋਧ ਅਪਾਰ ਦਾਤਾ, ਸਿਰਫ ਕੋਈ ਸ਼ੱਕ ਨਹੀਂ ਇਸ ਦੇ ਵਿੱਚ, ਉਹ ਜਿਸ ਆਸਣ ਦੇ ਉੱਤੇ ਬਹਿੰਦਾ ਹੈ ਉਹ ਆਸਣ ਵੀ ਬਹੁਤ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਂ ਵੀ ਬਹੁਤ ਉੱਚਾ ਹੈ। ਪਰ ਇੱਕ ਨਾਲ ਹੋਰ ਗੱਲ ਕਹਿ ਦਿੱਤੀ, ਕਹਿੰਦੇ ਉਸ ਉੱਚੇ ਨਾਲੋਂ ਵੀ ਕੁਝ ਹੋਰ ਉੱਚਾ ਹੈ। ਉਹ ਕੀ ਹੈ? ਉੱਚੇ ਉੱਪਰ ਉੱਚਾ ਨਾਮ, ਉਹਦੇ ਉੱਤੋਂ ਦੀ ਵੀ ਉੱਚਾ ਉਹਦਾ ਨਾਮ ਹੈ, ਇਸ ਕਰਕੇ ਉਹਦਾ ਨਾਮ ਜਪ। ਜੇਕਰ ਤੂੰ ਵਾਕਈ ਆਪਣੇ ਅੰਦਰੋਂ ਖੋਟਾਂ ਵਿਕਾਰਾਂ ਨੂੰ ਕੱਢਣਾ ਚਾਹੁੰਦਾ ਹੈ ਤਾਂ ਇੱਕੋ ਇੱਕ ਕੰਮ ਕਰਨਾ ਪਵੇਗਾ, ਉਸ ਮਾਲਕ ਦੇ ਗੁਣ ਗਾਉਣੇ ਪੈਣਗੇ। ਗੁਣ ਕਹੇ ਗੁਣੀ ਸਮਾਵਣਿਆਂ ਦਾ ਧਾਰਨੀ ਬਣਨਾ ਪਵੇਗਾ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਹੋਰ ਕਿਤੈ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼। ਸਤਿਗੁਰੂ ਦੇ ਸੱਚੇ ਉਪਦੇਸ਼ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸਤਿਗੁਰੂ ਦੇ ਸੱਚੇ ਉਪਦੇਸ਼ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਇਹ ਚਿੱਤ ਰੱਖੇ, ਸਿਰਫ ਸਤਿਗੁਰੂ ਦਾ ਸੱਚਾ ਉਪਦੇਸ਼ ਹੀ ਹੈ ਜਿਹੜਾ ਤੈਨੂੰ ਭਗਤੀ ਕਰਨ ਦੇ ਵਿੱਚ ਪ੍ਰੇਰਿਤ ਕਰ ਸਕਦਾ ਹੈ। ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ। ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ। ਜਦੋਂ ਸਤਿਗੁਰੂ ਮਿਲ ਜਾਂਦਾ ਹੈ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਪਾ ਲਿਆ ਹੈ, ਸੇਵ ਲਿਆ ਹੈ, ਮਨ ਦੇ ਅੰਦਰ ਤਿੰਨੀ ਪਾਇਆ ਨਾਮ ਨਿਧਾਨ, ਉਹਨਾਂ ਨੇ ਨਾਮ ਦਾ ਖਜ਼ਾਨਾ ਪਾ ਲਿਆ ਹੈ। ਨਿਧਾਨ ਗੁਰਬਾਣੀ ਦੇ ਵਿੱਚ ਨਿਧਾਨ ਦੋ ਅੱਖਰਾਂ ਦੇ ਵਿੱਚ ਆਵੇਗਾ, ਇੱਕ ਆਵੇਗਾ ਨਿਧਾਨ, ਇੱਕ ਆਵੇਗਾ ਨਿਦਾਨ। ਦੱਦੇ ਨਾਲ ਆਵੇਗਾ, ਇੱਕ ਧੱਦੇ ਨਾਲ ਆਵੇਗਾ। ਜਿਹੜਾ ਦੱਦੇ ਨਾਲ ਆਵੇਗਾ ਉਹਦਾ ਅਰਥ ਹੈ ਅੰਤ, ਨਿਦਾਨ। ਜਦੋਂ ਨਿਧਾਨ ਆਵੇਗਾ ਧੱਦੇ ਨਾਲ, ਉਹਦਾ ਅਰਥ ਹੈ ਖਜ਼ਾਨਾ। ਕਹਿੰਦੇ ਨਾਮ ਦਾ ਖਜ਼ਾਨਾ ਤੈਨੂੰ ਮਿਲ ਜਾਵੇਗਾ, ਜਿਹੜਾ ਕਦੇ ਖਤਮ ਨਹੀਂ ਹੁੰਦਾ। ਚੇਤਰ ਕੋ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵੇ, ਅਗੰਤ ਭਰੇ ਭੰਡਾਰ। ਉਸ ਮਾਲਕ ਦੇ ਖਜ਼ਾਨੇ ਬਹੁਤ, ਕਦੇ ਤਰੁੱਟੀ ਨਹੀਂ ਆਉਂਦੀ, ਤੋੜ ਨਹੀਂ ਆਉਂਦੀ। ਅਗਲੀ ਗੱਲ ਕਹਿ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਹੀ, ਕਹਿੰਦੇ ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਕਹਿੰਦੇ ਗਿਆਨ ਨੂੰ ਜਿੰਨਾ ਤੁਸੀਂ ਵੰਡੋਗੇ ਉਨਾ ਵਧੇਗਾ, ਇਹ ਘਟੇਗਾ ਨਹੀਂ। ਇਸ ਵਿੱਚ ਕੋਈ ਘਾਟਾ ਨਹੀਂ ਆਵੇਗਾ, ਉਨਾ ਹੀ ਵੱਧਦਾ ਜਾਵੇਗਾ। ਅੰਤਰ ਹਰ ਰਸ ਰਵ ਰਹਿਆ, ਅੰਦਰ ਹਿਰਦੇ ਵਿੱਚ ਮਾਲਕ ਪਰਮਾਤਮਾ ਦਾ ਰਸ ਹੈ ਜਿਹੜਾ ਉਹ ਰਵ ਰਹਿਆ, ਰਮ ਰਹਿਆ ਹੈ। ਤੇ ਚੁੱਕਾ ਮਨ ਅਭਿਮਾਨ, ਹੁਣ ਮਨ ਦੇ ਵਿੱਚੋਂ ਜਿਹੜਾ ਅਭਿਮਾਨ ਸੀ, ਹੰਕਾਰ ਸੀ, ਉਹ ਖਤਮ ਹੋ ਗਿਆ। ਕਿਉਂਕਿ ਹਉ ਹੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਹਉ ਹੰਕਾਰ ਤੇ ਨਾਮ, ਇਹ ਇੱਕ ਥਾਂ ਦੇ ਉੱਤੇ ਟਿਕ ਨਹੀਂ ਸਕਦੇ। ਜਿਸ ਬੰਦੇ ਦੇ ਵਿੱਚ ਹੰਕਾਰ ਹੈ ਉਹਦੇ ਵਿੱਚ ਨਾਮ ਕਦੇ ਨਹੀਂ ਟਿਕ ਸਕਦਾ, ਚੇਤਾ ਰੱਖੋ। ਤੇ ਜਿਹਦੇ ਵਿੱਚ ਨਾਮ ਟਿਕ ਗਿਆ ਉਹਦੇ ਵਿੱਚ ਹੰਕਾਰ ਨਹੀਂ। ਹੰਕਾਰ ਕਿਸੇ ਵੀ ਚੀਜ਼, ਪਦਾਰਥ, ਵਸਤੂ, ਗਿਆਨ, ਕਿਤਾਬਾਂ ਦਾ, ਪੜ੍ਹੇ ਲਿਖੇ ਦਾ, ਉੱਚੇ ਅਹੁਦੇ ਦਾ, ਕਿਸੇ ਚੀਜ਼ ਦਾ ਵੀ ਹੰਕਾਰ ਹੋ ਸਕਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਵੱਡਾ ਹੰਕਾਰ ਕਿਹਾ ਪੜ੍ਹੇ ਲਿਖੇ ਦਾ। ਕਹਿੰਦੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਕਹਿੰਦੇ ਜਿਹਨੂੰ ਆਪਣੀ ਪੜ੍ਹਾਈ ਦੇ ਉੱਤੇ ਮਾਣ ਹੋ ਗਿਆ, ਹੰਕਾਰ ਹੋ ਗਿਆ, ਕਹਿੰਦੇ ਉਸ ਨੂੰ ਸਭ ਤੋਂ ਵੱਡਾ ਮੂਰਖ ਕਿਹਾ ਜਾਵੇਗਾ। ਮੂਰਖ ਹੈ, ਕਹਿੰਦੇ ਉਹ ਅਤ ਦਰਜੇ ਦਾ ਮੂਰਖ ਹੈ। ਸੋ ਇਸ ਕਰਕੇ ਹੰਕਾਰ ਨਹੀਂ ਕਰਨਾ। ਹਰਜੂ ਹੰਕਾਰ ਨਾ ਭਾਵੇ। ਹਰੀ ਮਾਲਕ ਪਰਮਾਤਮਾ ਨੂੰ ਕਦੇ ਵੀ ਹੰਕਾਰ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ। ਉਹ ਤਾਂ ਮਾਲਕ ਮਿੱਠੜੇ ਬੋਲਾਂ ਦਾ ਕਾਇਲ ਹੈ,
ਮਿੱਠੜੇ ਬੋਲਾਂ ਦੇ ਨਾਲ ਰੀਝ ਪੈਂਦਾ ਹੈ। ਉਸ ਮਾਲਕ ਦਾ ਨਾਮ ਧਿਆਉਣ ਦੇ ਨਾਲ, ਮਨ ਦੇ ਵਿੱਚ ਵਸਾਉਣ ਦੇ ਨਾਲ ਸਾਨੂੰ ਉਹ ਮਾਲਕ ਹਰ ਥਾਂ ਜਰੇ ਜਰੇ ਵਿੱਚ ਦਿਸਣ ਲੱਗ ਪਵੇਗਾ। ਵਿਆਪਕ ਮਹਿਸੂਸ ਹੋਵੇਗਾ ਵੀ ਕੋਈ ਵੀ ਐਸੀ ਸ੍ਰਿਸ਼ਟੀ ਦੀ ਥਾਂ ਨਹੀਂ ਜਿਹੜੀ ਮਾਲਕ ਪਰਮਾਤਮਾ ਤੋਂ ਖਾਲੀ ਹੈ। ਇਹ ਜਗ ਬਾੜੀ ਮੇਰਾ ਪ੍ਰਭ ਮਾਲੀ, ਉਹ ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਹਮੇਸ਼ਾ ਹਰ ਇੱਕ ਦੀ ਸੰਭਾਲ ਕਰ ਰਿਹਾ। ਕੋਈ ਵੀ ਉਸ ਦੀ ਰਜ਼ਾ ਤੋਂ, ਉਸ ਦੇ ਹੁਕਮ ਤੋਂ, ਉਸ ਦੀ ਮਿਹਰ ਤੋਂ ਖਾਲੀ ਨਹੀਂ ਹੈ। ਉਹ ਇਸ ਸੰਸਾਰ ਬਾੜੀ ਦਾ ਇੱਕ ਮਾਲੀ ਹੈ ਤੇ ਮਾਲਕ ਆਪਣੀ ਬਾੜੀ ਨੂੰ ਕਿਵੇਂ ਸੰਭਾਲ ਕੇ ਰੱਖਦਾ ਇਹ ਸਾਨੂੰ ਬਾਖੂਬੀ ਚੰਗੀ ਤਰ੍ਹਾਂ ਪਤਾ ਹੈ। ਉਸੇ ਤਰ੍ਹਾਂ ਹੀ ਅਕਾਲ ਪੁਰਖ ਵੀ ਆਪਣੀ ਇਸ ਬਾੜੀ ਦੀ ਸੰਭਾਲ ਕਰ ਰਿਹਾ ਹੈ। ਸਤਿਗੁਰ ਸੇਵਿਆ ਸਹਿਜ ਉਪਜੈ। ਸਤਿਗੁਰੂ ਨੂੰ ਜਪਣ ਦੇ ਲਈ, ਜਪਣ ਦੇ ਨਾਲ ਕਹਿੰਦੇ ਸਹਿਜ ਜ਼ਿੰਦਗੀ ਦੇ ਵਿੱਚ ਪੈਦਾ ਹੋ ਜਾਂਦਾ ਹੈ। ਹਉਮੈ ਤ੍ਰਿਸ਼ਨਾ ਮਾਰ, ਹਉਮੈ ਤੇ ਤ੍ਰਿਸ਼ਨਾ ਮਰ ਜਾਂਦੀ ਹੈ। ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰੱਖਿਆ ਉਰ ਧਾਰ। ਹਰੀ ਗੁਣਾਂ ਦਾ ਦਾਤਾ ਮਾਲਕ ਮਨ ਦੇ ਵਿੱਚ ਵਸ ਜਾਂਦਾ ਹੈ, ਹਿਰਦੇ ਦੇ ਵਿੱਚ ਸੱਚ ਆ ਕੇ ਟਿਕ ਜਾਂਦਾ ਹੈ। ਚੇਤਾ ਰੱਖਿਓ, ਸਤਿਗੁਰੂ ਕਹਿੰਦੇ ਬਾਹਰ ਨਾ ਲੱਭਣ ਜਾ। ਬਾਹਰ ਲੱਭੇਗਾ ਤੇ ਦੁੱਖ ਪਾਵੇਗਾ। ਬਾਹਰ ਢੂੰਡਤ ਬਹੁਤ ਦੁੱਖ ਪਾਵੋ, ਘਰ ਅੰਮ੍ਰਿਤ ਘਟ ਮਾਹੀ ਪੀਓ। ਕਹਿੰਦੇ ਅੰਮ੍ਰਿਤ ਤੇਰੇ ਹਿਰਦੇ ਘਰ ਵਿੱਚ ਹੈ। ਜੇਕਰ ਮਨ ਨੂੰ ਤੂੰ ਬਾਹਰ ਲੱਭਣ ਤੁਰੇਂਗਾ ਤੇ ਬਾਹਰ ਤੈਨੂੰ ਦੁੱਖ ਤੇ ਤਕਲੀਫਾਂ ਮਿਲਣਗੀਆਂ। ਅੰਮ੍ਰਿਤ ਦੀ ਸਾਰ ਤੈਨੂੰ ਬਾਹਰੋਂ ਨਹੀਂ ਮਿਲਣੀ, ਉਹ ਅੰਦਰੋਂ ਹੀ ਮਿਲੇਗੀ। ਅੰਮ੍ਰਿਤ ਤੈਨੂੰ ਤੇਰੇ ਅੰਦਰੋਂ ਹੀ ਮਿਲੇਗਾ, ਤੇਰੇ ਹਿਰਦੇ ਵਿੱਚੋਂ ਮਿਲੇਗਾ। ਸੋ ਸਤਿਗੁਰੂ ਕਹਿੰਦੇ ਉੱਤਰ ਦਿੱਤਾ, ਘਟ ਘਟ ਵੈਸ ਨਿਰੰਤਰ ਰਹੀਏ, ਚਾਲੇ ਸਤਿਗੁਰ ਭਾਏ। ਸਤਿਗੁਰੂ ਦੇ ਭੈ ਵਿੱਚ ਚੱਲਣਾ, ਸ਼ਬਦ ਨੂੰ ਕਮਾ ਕੇ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ। ਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਵੀ ਇਹ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਗੁਰੂ ਦਾ ਜਿਹੜਾ ਸਿੱਖ ਹੈ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਹੀ ਚੱਲਦਾ ਹੈ। ਗੁਰੂ ਤੋਂ ਕਦੇ ਵੀ ਬਾਹਰ ਹੋ ਕੇ ਨਹੀਂ ਚੱਲਦਾ। ਉਹ ਹਮੇਸ਼ਾ ਗੁਰੂ ਦੇ ਕਹੇ ਆਖੇ ਲੱਗ ਕੇ ਚੱਲੇਗਾ। ਗੁਰ ਕਹਿਆ ਗੁਰਸਿੱਖ ਕਰਨਾ ਦੀ ਗੱਲ ਹੈ। ਗੁਰੂ ਨੇ ਜੋ ਕਹਿ ਦਿੱਤਾ ਗੁਰਸਿੱਖ ਨੇ ਉਹੀ ਕਰਨਾ ਹੈ, ਉਹੀ ਗੁਰੂ ਦਾ ਸਿੱਖ ਹੈ। ਕੋਈ ਪਹਿਰਾਵਾ ਪਹਿਨ ਕੇ, ਕਕਾਰ ਪਹਿਨ ਕੇ, ਦਸਤਾਰ ਸਜਾ ਕੇ, ਦਮਾਲਾ ਸਜਾ ਕੇ, ਹੱਥ ਵਿੱਚ ਮਾਲਾ ਫੜ ਕੇ, ਗਲ ਵਿੱਚ ਮਾਲਾ ਪਾ ਕੇ, ਸਰੂਪਾ ਪਾ ਕੇ, ਚੰਗਾ ਵਧੀਆ ਲਿਸ਼ਕ ਪੁਸ਼ਕ ਚਿੱਟੇ ਕੱਪੜੇ ਪਾ ਕੇ ਕੋਈ ਧਰਮੀ ਬਣਿਆ ਫਿਰੇ, ਉਸ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਪਹਿਰਾਵੇ ਦੇ ਵਿੱਚ ਭੇਖੀ ਵੀ ਹੋ ਸਕਦਾ। ਤੇ ਸਤਿਗੁਰੂ ਨੂੰ ਭੇਖ ਬਿਲਕੁਲ ਵੀ ਪਸੰਦ ਨਹੀਂ। ਚੇਤਾ ਰੱਖਿਓ, ਗੁਰੂ ਪਾਤਸ਼ਾਹ ਜੀ ਕਹਿੰਦੇ ਹਰੇਕ ਘਟ ਘਟ, ਹਰੇਕ ਸਰੀਰ ਦੇ ਵਿੱਚ, ਹਰੇਕ ਹਿਰਦੇ ਘਰ ਦੇ ਵਿੱਚੋਂ ਆਪ ਹਰ ਸਮੇਂ ਨਿਰੰਤਰ ਹੈ। ਇਸ ਕਰਕੇ ਚਾਲੇ ਸਤਿਗੁਰ ਭਾਏ, ਸਤਿਗੁਰੂ ਦੀ ਰਜ਼ਾ ਦੇ ਵਿੱਚ ਚੱਲ, ਸਤਿਗੁਰੂ ਦੇ ਭੈ ਵਿੱਚ ਚੱਲ, ਅਦਬ ਵਿੱਚ ਚੱਲ। ਕਹਿੰਦੇ ਹੇ ਚਰਪਟ, ਉਹ ਸਰਬ ਵਿਆਪਕ ਪਰਮਾਤਮਾ ਦੇ ਵਿੱਚ ਜੁੜ ਕੇ ਹੀ ਮੈਂ ਸ਼ਾਂਤ ਰਹਿੰਦਾ ਹਾਂ। ਸਤਿਗੁਰੂ ਦੀ ਰਜ਼ਾ ਦੇ ਵਿੱਚ ਹੀ ਹਮੇਸ਼ਾ ਚੱਲਦਾ ਹਾਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਉਸ ਹੁਕਮ ਦੇ ਵਿੱਚ ਚੱਲਦਾ ਹਾਂ। ਅਗਲੇ ਸਵਾਲ ਦਾ ਜਵਾਬ ਦਿੱਤਾ, ਕਹਿੰਦੇ ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਕਹਿੰਦੇ ਪ੍ਰਭੂ ਦੇ, ਪਰਮਾਤਮਾ ਦੇ ਹੁਕਮ ਦੇ ਵਿੱਚ ਭਾਵ ਕਿ ਸੁਤੇ ਹੀ, ਸਹਿਜੇ ਸੁਤੇ ਹੀ, ਸਹਿਜ ਦੇ ਵਿੱਚ ਹੀ ਜਗਤ ਵਿੱਚ ਆਇਆ ਹਾਂ। ਸੰਸਾਰ ਦੇ ਵਿੱਚ ਮੈਂ ਪੈਦਾ ਹੋਇਆ ਹਾਂ। ਜਿਵੇਂ ਕਿ ਬਾਕੀ ਦੁਨੀਆ ਸੰਸਾਰ ਦੇ ਵਿੱਚ ਲੋਕ ਆਉਂਦੇ ਨੇ, ਉਸੇ ਤਰ੍ਹਾਂ ਸਹਿਜ ਦੇ ਵਿੱਚ ਹੀ ਮੈਂ ਆਇਆ ਹਾਂ। ਅੱਗੇ ਕਹਿੰਦੇ ਨੇ, ਕਹਿੰਦੇ ਹੁਕਮ ਦੇ ਵਿੱਚ ਹੀ ਵਿਚਰ ਰਿਹਾ ਹਾਂ, ਚੱਲ ਰਿਹਾ ਹਾਂ ਜ਼ਿੰਦਗੀ ਦੇ ਵਿੱਚ, ਤੇ ਉਸ ਦੀ ਰਜ਼ਾ ਵਿੱਚ ਹੀ ਰਹਿੰਦਾ ਹਾਂ ਹਮੇਸ਼ਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਜਿਹੜਾ ਸਿੱਖ ਹਮੇਸ਼ਾ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਸਮ ਕਰਕੇ ਬਰਾਬਰਤਾ ਦੇ ਵਿੱਚ ਰਹਿੰਦਾ, ਉਹਨੂੰ ਕਹਿੰਦੇ ਰਜ਼ਾ ਵਿੱਚ ਚੱਲਣਾ। ਸਤਿਗੁਰੂ ਦੀ ਰਜ਼ਾ ਦੇ ਵਿੱਚ ਚੱਲ ਰਿਹਾ, ਕਿਉਂਕਿ ਸਤਿਗੁਰੂ ਤੋਂ ਉੱਪਰ ਕੋਈ ਵੀ ਨਹੀਂ। ਅਕਾਲ ਪੁਰਖ ਪਰਮਾਤਮਾ ਤੋਂ ਉੱਪਰ ਕੋਈ ਵੀ ਨਹੀਂ, ਉਹਦੇ ਜਿੱਡਾ ਹੋਰ ਕੋਈ ਵੀ ਨਹੀਂ।
ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੈ ਕੋਈ। ਇੱਕੋ ਮਾਲਕ ਪਰਮਾਤਮਾ ਕਰਨ ਕਰਾਉਣ ਵਾਲਾ ਹੈ, ਦੂਜਾ ਕੋਈ ਹੈ ਹੀ ਨਹੀਂ ਜਿਸ ਦੇ ਅਧੀਨ ਮੈਂ ਚੱਲਾਂ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਈ। ਅਗਲੇ ਸਵਾਲ ਦਾ ਜਵਾਬ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਕਹਿੰਦੇ ਉਹ ਮਾਲਕ ਪਰਮਾਤਮਾ ਪੱਕੇ ਆਸਣ ਵਾਲਾ ਹੈ, ਜਿਹੜਾ ਹਮੇਸ਼ਾ ਸਦਾ ਲਈ ਟਿਕਿਆ ਹੋਇਆ ਹੈ, ਕਾਇਮ ਰਹਿਣ ਵਾਲਾ ਮਾਲਕ ਪਰਮਾਤਮਾ ਹੈ। ਥਿਰ ਨਾਰਾਇਣ ਕਹਿੰਦੇ ਐਸੀ ਗੁਰਮਤਿ ਪਾਏ। ਕਹਿੰਦੇ ਇਹੀ ਮੈਂ ਉਸ ਮਾਲਕ ਪਰਮਾਤਮਾ ਦੇ ਵਿੱਚ ਜੁੜ ਕੇ ਇਹੀ ਗੁਰਮਤਿ ਸਿੱਖੀ ਹੈ, ਇਹੀ ਮੈਂ ਗੁਰਮਤਿ ਦਾ ਗੁਣ ਜਾਣਿਆ ਹੈ, ਤੇ ਇਹੀ ਗੁਰਮਤਿ ਦਾ ਗੁਣ ਮੈਂ ਅੱਗੇ ਸਿਖਾ ਰਿਹਾ ਹਾਂ ਕਿ ਉਸ ਦੀ ਗੁਰੂ ਦੀ ਮੱਤ ਦੇ ਵਿੱਚ ਹੀ ਚੱਲਿਆ ਜਾਵੇ। ਗੁਰਮੁਖ ਬੂਝੈ ਆਪ ਪਛਾਣੇ, ਸੱਚੇ ਸੱਚ ਸਮਾਏ। ਕਹਿੰਦੇ ਗੁਰੂ ਮਾਲਕ ਪਰਮਾਤਮਾ ਦੇ ਵੱਲ ਮੈਂ ਮੁਖ ਕਰਕੇ ਚੱਲਦਾ ਹਾਂ, ਗੁਰਮੁਖ ਬਣ ਕੇ ਚੱਲਦਾ ਹਾਂ। ਜਿਵੇਂ ਉਹ ਬੁੱਝਦਾ ਹੈ ਬੁਝਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੁੱਝਦਾ ਹਾਂ। ਆਪ ਪਛਾਣੈ ਕਹਿੰਦੇ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਪਛਾਣਦਾ ਹੈ, ਮੈਂ ਵੀ ਆਪਣੇ ਵਿੱਚੋਂ ਉਸ ਮਾਲਕ ਨੂੰ ਪਹਿਚਾਣਦਾ। ਸੱਚੇ ਸੱਚ ਸਮਾਏ, ਸਦਾ ਉਸ ਮਾਲਕ ਸੱਚੇ ਵਿੱਚ ਦੇ ਵਿੱਚ ਸੱਚ ਹੋ ਕੇ ਮੈਂ ਜੁੜਿਆ ਰਹਿੰਦਾ ਹਾਂ, ਟਿਕਿਆ ਰਹਿੰਦਾ ਹਾਂ। ਅਗਲੀ ਪੌੜੀ ਦੇ ਵਿੱਚ ਸਵਾਲ ਕੀਤਾ, ਚਰਪਟ ਜੋਗੀ ਨੇ ਪ੍ਰਸ਼ਨ ਕੀਤਾ। ਕਹਿੰਦੇ ਦੁਨੀਆ ਸਾਗਰ ਦੁਤਰ ਕਹੀ ਹੈ। ਚਰਪਟ ਜੋਗੀ ਕਹਿੰਦਾ ਇਹ ਸੰਸਾਰ ਹੈ ਜਿਹੜਾ, ਇਹਨੂੰ ਨਾ ਤਰਿਆ ਜਾਣ ਵਾਲਾ ਸਾਗਰ ਕਿਹਾ ਜਾਂਦਾ। ਦੁਤਰ, ਦੁਤਰ ਦਾ ਅਰਥ ਹੈ ਜਿਸ ਨੂੰ ਤਰਨਾ ਔਖਾ ਹੋਵੇ, ਜਿਸ ਨੂੰ ਤਰਿਆ ਨਾ ਜਾਂਦਾ ਹੋਵੇ, ਭਾਵ ਕਿ ਜਿਸ ਨੂੰ ਪਾਰ ਨਾ ਕੀਤਾ ਜਾ ਸਕੇ, ਉਹਨੂੰ ਕਹਿੰਦੇ ਦੁਤਰ। ਪਰ ਬਾਣੀ ਦੇ ਵਿੱਚ ਭਗਤ ਕਬੀਰ ਪਾਤਸ਼ਾਹ ਜੀ ਨੇ ਵੀ ਇੱਕ ਔਖੇ ਰਾਹ ਦਾ ਜ਼ਿਕਰ ਕੀਤਾ ਹੈ। ਕਹਿੰਦੇ ਜਿਸ ਰਾਹ ਦੇ ਉੱਤੇ ਦੁਨੀਆ ਚੱਲ ਨਹੀਂ ਸਕਦੀ, ਉੱਥੇ ਕਬੀਰ ਸੀ ਜਿਹੜਾ ਉਹ ਸੌਖਾ ਚੜ ਗਿਆ। ਕਬੀਰ ਸੌਖਾ ਚੜ ਗਿਆ। ਉਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇੱਥੇ ਜੋਗੀ ਦਾ ਜਿਹੜਾ ਸਵਾਲ ਸੀ ਦਾ ਉੱਤਰ ਵੀ ਬਾਖੂਬੀ ਪਿਆਰ ਦੇ ਨਾਲ ਦਿੱਤਾ। ਪ੍ਰਸ਼ਨ ਸੀ, ਦੁਨੀਆ ਸਾਗਰ ਦੋ ਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਇਹਨੂੰ ਕਿਵੇਂ ਪਾਰ ਕੀਤਾ ਜਾਵੇ। ਚਰਪਟ ਬੋਲਾ ਹੈ, ਉਦੂ ਨਾਨਕ ਦੇਹ ਸੱਚਾ ਵਿਚਾਰੋ। ਕਹਿੰਦੇ ਹੇ ਨਾਨਕ, ਚਰਪਟ ਆਖਦਾ ਹੈ, ਚਰਪਟ ਨੇ ਬੋਲਿਆ ਆਖਿਆ, ਕਹਿੰਦੇ ਹੇ ਨਾਨਕ ਤੂੰ ਇਸ ਸੰਸਾਰ ਸਾਗਰ ਤੋਂ ਵਿਰਕਤ ਹੈ। ਉਦੂ ਦਾ ਅਰਥ ਹੈ ਵਿਰਕਤ। ਤੂੰ ਇਸ ਸੰਸਾਰ ਸਾਗਰ ਦੇ ਵਿੱਚੋਂ ਵਿਰਕਤ ਹੈ, ਤਾਂ ਤੂੰ ਇਹ ਦੱਸ ਕਿ ਇਸ ਸੰਸਾਰ ਸਾਗਰ ਤੋਂ ਕਿਵੇਂ ਤਰਿਆ ਜਾ ਸਕਦਾ ਹੈ। ਕਿਰਪਾ ਕਰਕੇ ਸੱਚਾ ਵਿਚਾਰ ਦੇ, ਇਸ ਦਾ ਸੱਚੋ ਸੱਚ ਬਿਆਨ ਕਰ। ਤੇ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਇਸ ਦਾ ਉੱਤਰ ਦਿੰਦੇ ਨੇ। ਕਹਿੰਦੇ ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਕਹਿੰਦੇ ਇਹ ਚਰਪਟ, ਜੋ ਮਨੁੱਖ ਜੋ ਕੁਝ ਵੀ ਆਖਦਾ ਹੈ ਤੇ ਆਪ ਹੀ ਉਸ ਨੂੰ ਸਮਝਦਾ ਹੈ, ਕਹਿੰਦੇ ਉਸ ਦੇ ਪ੍ਰਸ਼ਨ ਦੇ ਉੱਤਰ ਦੇਣ ਦੀ ਕੀ ਲੋੜ ਹੈ। ਜਦੋਂ ਤੈਨੂੰ ਪਤਾ ਹੈ ਵੀ ਇਹ ਦੁਤਰ ਸਾਗਰ ਹੈ, ਤਰਿਆ ਨਹੀਂ ਜਾ ਸਕਦਾ, ਤੇ ਤੂੰ ਇਸ ਦਾ ਹੀ ਜਵਾਬ ਮੰਗਦਾ ਹੈ ਵੀ ਦੁਤਰ ਸਾਗਰ ਹੈ। ਹਾਂ ਹੈ ਤਾਂ ਦੁਤਰ ਸਾਗਰ, ਤਰਿਆ ਨਹੀਂ ਜਾ ਸਕਦਾ, ਤਰਨਾ ਔਖਾ ਹੈ। ਪਰ ਸਵਾਲ ਇਹ ਪੁੱਛ ਵੀ ਤਰਿਆ ਕਿਵੇਂ ਜਾਵੇ, ਕਿਉਂ ਕਰ ਪਾਈਏ ਪਾਰੋ। ਕਹਿੰਦੇ ਇਸ ਨੂੰ ਕਿਵੇਂ ਪਾਰ ਕੀਤਾ ਜਾਵੇ, ਇਹ ਤੇਰਾ ਸਵਾਲ ਹੈ। ਸਾਚ ਕਹੋ ਤੁਮ ਪਾਰ ਗਰਾਮੀ, ਤੁਝ ਕਿਆ ਬੈਸਣ ਦੀਜੈ। ਕਹਿੰਦੇ ਇਸ ਵਾਸਤੇ ਇਹ ਚਰਪਟ, ਕਹਿੰਦੇ ਤੇਰੇ ਪ੍ਰਸ਼ਨ ਦੇ ਵਿੱਚ ਕੁਝ ਲੱਭਣ ਦੀ ਲੋੜ ਨਹੀਂ। ਉੱਤਰ ਇਹ ਹੈ ਕਿ ਸਦਾ ਕਾਇਮ ਰਹਿਣ ਵਾਲੇ ਮਾਲਕ ਪਰਮਾਤਮਾ ਨੂੰ ਜਪ, ਤਾਂ ਤੁਸੀਂ ਇਸ ਸਾਗਰ ਤੋਂ ਪਾਰ ਲੰਘ ਸਕਦੇ ਹੋ। ਜਿਹੜਾ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਉਹਦੇ ਉੱਤੇ ਭਰੋਸਾ ਕਰ। ਜਿਨ ਪਦਾਇਸ਼ ਤੂੰ ਕੀਆ ਸੋਈ ਕਰਦਾ ਸਾਰ। ਕਹਿੰਦੇ ਜਿਸ ਨੇ ਤੇਰੀ ਪਦਾਇਸ਼ ਕੀਤੀ ਹੈ ਉਹੀ ਤੈਨੂੰ ਸੰਭਾਲ ਕਰਦਾ। ਜਦੋਂ ਤੈਨੂੰ ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਾਹਾਂ ਤੁਮ ਰਾਖਣ ਹਾਰੇ। ਜਿੱਥੋਂ ਤੈਨੂੰ ਨਿਕਲਣਾ ਹੀ ਔਖਾ ਸੀ, ਜਿੱਥੇ ਤੇਰਾ ਬਚਣਾ ਹੀ ਔਖਾ ਸੀ,
ਉੱਥੋਂ ਤੈਨੂੰ ਮਾਲਕ ਨੇ ਨਾਮ ਦੀ ਤਾਕਤ ਸਿਮਰਨ ਦੇ ਕੇ ਤੈਨੂੰ ਵਡਿਆਈਆਂ ਬਖਸ਼ ਕੇ ਉਸ ਮਾਲਕ ਦੀਆਂ ਵਡਿਆਈਆਂ ਗਾ ਗਾ ਕੇ ਤੂੰ ਬਚਿਆ ਰਿਹਾ। ਕਹਿੰਦੇ ਫਿਰ ਇਹ ਸੰਸਾਰ ਸਾਗਰ ਤੋਂ ਹੀ ਪਾਰ ਲੰਘ ਜਾਵੇਂਗਾ, ਕੋਈ ਔਖਾ ਨਹੀਂ। ਅੱਗੇ ਜਵਾਬ ਦਿੱਤਾ ਦੁਤਰ ਸਾਗਰ ਦਾ। ਕਹਿੰਦੇ ਚੱਲ ਫਿਰ ਵੀ ਜੇਕਰ ਤੂੰ ਇਸ ਸਾਗਰ ਨੂੰ ਤਰਨਾ ਚਾਹੁੰਦਾ ਹੈ ਤਾਂ ਤਰ। ਉਦਾਹਰਨ ਦੇ ਗੁਰੂ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ। ਕਹਿੰਦੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਨਿਰਾਲਮ ਦਾ ਅਰਥ ਹੈ ਨਿਰ ਆਸਰਾ, ਨਿਰਾਲਾ, ਵੱਖਰਾ। ਨੈਣ ਦਾ ਅਰਥ ਹੈ ਨਦੀ, ਸਾਣੇ ਦਾ ਅਰਥ ਹੈ ਜਿਵੇਂ। ਕਹਿੰਦੇ ਜਿਵੇਂ ਜਲ ਦੇ ਵਿੱਚ, ਚਿੱਕੜ ਦੇ ਵਿੱਚ ਉੱਗਿਆ ਹੋਇਆ ਇੱਕ ਕਮਲ ਹੈ, ਉਹ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਨਾਲੋਂ ਉੱਚਾ ਰਹਿੰਦਾ ਹੈ, ਕਹਿੰਦੇ ਉਵੇਂ ਤੂੰ ਇਸ ਸੰਸਾਰ ਰੂਪੀ ਚਿੱਕੜ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਮਾਇਆ ਦੇ ਪ੍ਰਭਾਵ ਤੋਂ ਉੱਚਾ ਰੱਖ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾ ਕੇ ਰੱਖ। ਰਹਿਣਾ ਸਮਾਜ ਵਿੱਚ ਹੀ ਹੈ, ਪਰ ਸਮਾਜ ਤੋਂ ਉੱਚਾ ਹੋ ਕੇ ਰਹਿਣਾ ਹੈ। ਮੁਰਗਾਈ ਨੇ ਸਾਣੇ, ਜਿਵੇਂ ਪਾਣੀ ਦੇ ਵਿੱਚ ਤਰਦੀ ਹੋਈ ਇੱਕ ਮੁਰਗਾਬੀ ਆਪਣੇ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ, ਖੰਭ ਸੁੱਕੇ ਰੱਖਦੀ ਹੈ, ਉਸੇ ਤਰ੍ਹਾਂ ਹੀ ਤੂੰ ਇਸ ਸੰਸਾਰ ਸਾਗਰ ਦੇ ਵਿੱਚ ਤਰ ਰਿਹਾ ਹੈ, ਵਿਚਰ ਰਿਹਾ ਹੈ। ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਫੈਲੇ ਹੋਏ ਵਿਕਾਰਾਂ ਦੇ ਦੁਆਰਾ ਪਾਪਾਂ ਤੋਂ ਬਚਾ ਕੇ ਰੱਖ। ਸੋਚ ਸਮਝ ਨੂੰ ਕਾਇਮ ਕਰ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਆਪੇ ਦੀ ਖੋਜ ਕਰ ਹਰ ਰੋਜ਼। ਫਿਰ ਤੈਨੂੰ ਪਤਾ ਲੱਗੇਗਾ ਵੀ ਤੂੰ ਕੀ ਕਰਨਾ ਕੀ ਨਹੀਂ ਕਰਨਾ ਹੈ। ਅੱਗੇ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਏ। ਨਾਨਕ ਨਾਮ ਵਖਾਣੇ। ਕਹਿੰਦੇ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ, ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਨੂੰ ਜੋੜ। ਕਹਿੰਦੇ ਫੇਰ ਹੀ ਤੂੰ ਇਸ ਸੰਸਾਰ ਸਾਗਰ ਨੂੰ ਤਰ ਸਕਦਾ ਹੈ। ਹਰ ਨਾਮ ਮਨ ਵੇਦਿਆ ਅਵਰ ਕੇ ਕਰੀ ਵਿਚਾਰ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋਂ ਸੁਖ ਸਾਰ। ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ। ਸੱਚੇ ਸ਼ਬਦ ਦੇ ਵਿੱਚ ਲੱਗ ਕੇ ਹੀ ਸੱਚਾ ਨਾਮ ਮਿਲਦਾ ਹੈ। ਸੁਰਤ ਸੋਚ ਕਰ ਭਾਂਡ ਸਾਰ, ਤਿਸ ਵਿੱਚ ਤਿਸ ਨੂੰ ਰੱਖ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਕਹਿੰਦੇ ਉਹਨਾਂ ਵਣਜਾਰਿਆਂ ਦੇ ਨਾਲ ਬਹਿ ਕੇ ਵਣਜ ਕਰ। ਉਹਨਾਂ ਵਪਾਰੀਆਂ ਦੇ ਨਾਲ ਬੈਠ ਜਿਹੜੇ ਨਾਮ ਦੇ ਵਪਾਰੀ ਨੇ। ਨਾਮ ਦੇ ਵਪਾਰੀਆਂ ਨਾਲ ਬਹਿ ਕੇ ਨਾਮ ਦਾ ਵਪਾਰ ਕਰ। ਸਤ ਸੰਗਤ ਵਿੱਚ ਬਹਿ ਕੇ ਸੱਚੇ ਨਾਮ ਨੂੰ ਜਪ, ਸ਼ਬਦ ਨੂੰ ਪੜ੍ਹ, ਵਿਚਾਰ, ਕਮਾ। ਚੇਤਾ ਰੱਖਿਓ, ਇੱਥੇ ਇਕੱਲਾ ਪੜ੍ਹਨਾ ਹੀ ਪ੍ਰਵਾਨ ਨਹੀਂ, ਪੜ੍ਹਨ ਦੇ ਨਾਲ ਨਾਲ ਉਸ ਨੂੰ ਚੰਗੀ ਤਰ੍ਹਾਂ ਸੁਰਤ ਲਾ ਕੇ ਸੁਣਨਾ। ਸੁਣਨ ਤੋਂ ਬਾਅਦ ਉਸ ਨੂੰ ਮਨ ਵਿੱਚ ਪਿਆਰ ਰੱਖ ਕੇ ਮੰਨਣਾ ਫਿਰ ਪ੍ਰਵਾਨਗੀ ਹੈ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ। ਸਤ ਕਰ ਮਾਨੀ, ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ ਵੀ ਜੋ ਗੁਰੂ ਕਹਿ ਰਹੇ ਨੇ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਹਿੰਦੇ ਜੋ ਗੁਰੂ ਕਹਿ ਰਿਹਾ ਮੈਨੂੰ ਉਹੀ ਚੰਗਾ ਲੱਗਦਾ ਹੈ। ਇਹੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ। ਰਹੇ ਇਕਾਂਤ ਇੱਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਜੋ ਮਨੁੱਖ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ਼ ਰਹਿੰਦਾ ਹੈ, ਆਸ਼ਾਵਾਂ ਵਿੱਚੋਂ ਨਿਕਲ ਕੇ, ਤੇ ਜਿਨ੍ਹਾਂ ਦਾ ਮਨ ਇੱਕ ਪਰਮਾਤਮਾ ਵਿੱਚ ਵਸ ਜਾਂਦਾ ਹੈ, ਜਿਨ੍ਹਾਂ ਦਾ ਮਨ ਇੱਕੋ ਪਰਮਾਤਮਾ ਦੇ ਵਿੱਚ ਲੱਗ ਜਾਂਦਾ ਹੈ ਤੇ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ, ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਇਕਾਂਤ ਵਿੱਚ ਰਹਿ ਰਹੇ ਨੇ। ਭਾਵ ਕਿ ਉਹਨਾਂ ਉੱਤੇ ਸੰਸਾਰ ਦਾ ਕੋਈ ਵੀ ਸ਼ਾਮ ਦਾਮ ਦੰਡ ਭੇਦ ਲਾਗੂ ਨਹੀਂ ਹੁੰਦਾ। ਉਹਨਾਂ ਨੂੰ ਕੋਈ ਵੀ ਕਿਸੇ ਵੀ ਕੀਮਤ ਦੇ ਉੱਤੇ ਡੁਲਾ ਨਹੀਂ ਸਕਦਾ। ਸੋ ਇਸ ਕਰਕੇ ਉਸ ਸੱਚੇ ਮਾਲਕ ਦੇ ਵਿੱਚ ਵਸਿਆ ਹੀ ਸਦਾ ਇਕਾਂਤ ਵਿੱਚ ਰਿਹਾ ਜਾ ਸਕਦਾ ਹੈ। ਇਹਦੇ ਲਈ ਘਰ-ਬਾਰ ਛੱਡਣ ਦੀ ਲੋੜ ਨਹੀਂ। ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ। ਤੇ ਅਜਿਹੇ ਜੀਵਨ ਵਾਲਾ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਜਿਹਦੀ ਗਮਤਾ ਨੂੰ ਨਹੀਂ ਪਾਇਆ ਜਾ ਸਕਦਾ, ਜਿਹੜਾ ਗਿਆਨ ਇੰਦਰੀਆਂ ਤੋਂ ਬਹੁਤ ਪਰੇ ਹੈ। ਅਗੋਚਰ ਦਾ ਅਰਥ ਹੈ ਗਿਆਨ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ ਮਾਲਕ ਪਰਮਾਤਮਾ।
ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਕੇ ਹੋਰਨਾਂ ਨੂੰ ਉਸ ਸੱਚੇ ਨਾਮ ਦੇ ਨਾਲ ਜੋੜਦਾ ਹੈ, ਜਿਹੜੇ ਨਾਮ ਦੇ ਨਾਲ ਆਪ ਜੁੜਦਾ ਹੈ। ਫੇਰ ਹੀ ਕਹਿੰਦੇ ਨਾਨਕ ਉਹਨਾਂ ਦਾ ਦਾਸ ਹੈ, ਉਹਨਾਂ ਦਾ ਸੇਵਕ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਸਤਿਗੁਰੂ ਫਿਰ ਰਹਿਮਤ ਕਰਨਗੇ ਸਾਡੇ ਉੱਪਰ ਵੀ, ਅਸੀਂ ਵੀ ਉਸ ਸੱਚੇ ਦਾਤੇ ਦੇ ਵਿੱਚ ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁੱਤਰ ਤਰੀਐ ਜਿਉ। ਫਿਰ ਅਸੀਂ ਵੀ ਉਸ ਭਵ ਸਾਗਰ ਸੰਸਾਰ ਨੂੰ ਤਰ ਜਾਵਾਂਗੇ ਜਦੋਂ ਅਸੀਂ ਸਤਿਗੁਰੂ ਦੇ ਗੁਣਾਂ ਨੂੰ ਪੜ੍ਹਾਂਗੇ, ਗੁਣਾਂ ਨੂੰ ਗੁਣਾਂਗੇ, ਸਮਝਾਂਗੇ, ਉਹਨਾਂ ਗੁਣਾਂ ਨੂੰ, ਪਰਮਾਤਮਾ ਦੇ ਨਾਮ ਨੂੰ ਨਿਤ ਨਿਤ ਸੁਣਾਂਗੇ, ਸਤ ਸੰਗਤ ਦੇ ਵਿੱਚ ਬਹਿ ਕੇ ਉਹਨਾਂ ਗੁਣਾਂ ਨੂੰ ਗਾਵਾਂਗੇ। ਫਿਰ ਅਸੀਂ ਵੀ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਸਕਦੇ ਹਾਂ। ਸੋ ਅੱਜ ਦੇ ਇਸ ਵਿਚਾਰ ਦੇ ਵਿੱਚ ਆਪ ਸੰਗਤਾਂ ਦੇ ਸਨਮੁਖ ਪੰਜਵੀਂ ਪੌੜੀ ਤੱਕ ਆਪਾਂ ਵਿਚਾਰ ਕੀਤੀ ਹੈ। ਦੂਜੀ, ਤੀਜੀ, ਚੌਥੀ, ਪੰਜਵੀਂ 4 ਪੌੜੀਆਂ ਦੀ ਆਪਾਂ ਵਿਚਾਰ ਕੀਤੀ ਹੈ। ਸੋ ਆਪ ਸੰਗਤਾਂ ਨੇ ਬਾਣੀ ਦੀ ਵਿਚਾਰ ਨੂੰ ਪੜ੍ਹ ਸੁਣ ਵਿਚਾਰ ਕੇ ਮਨ ਵਿੱਚ ਵਸਾਉਣਾ, ਅਰਦਾਸ ਕਰਨੀ ਕਿ ਸਾਰਿਆਂ ਦਾ ਜੀਵਨ ਗੁਰਬਾਣੀ ਵਰਗਾ, ਸੁਭਾਅ ਸਤਿਗੁਰੂ ਵਰਗਾ ਮਿੱਠ ਬੋਲੜਾ ਸੋਹਣਾ ਹੋ ਸਕੇ। ਫੇਰ ਹੀ ਅਸੀਂ ਇਸ ਸੰਸਾਰ ਸਾਗਰ ਤੋਂ ਤਰ ਸਕਦੇ ਹਾਂ। ਭੁੱਲਾਂ ਨਾ ਚੇਤਾਵਨੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।